ਸਤਿ ਸ੍ਰੀ ਅਕਾਲ। ਮੈਂ ਦਰਸ਼ਨ ਸਿੰਘ ਦਰਸ਼ਕ ਵਿਸ਼ੇਸ਼ ਪ੍ਰੋਗਰਾਮ ਮੁਲਾਕਾਤ ਲੈ ਕੇ ਹਾਜ਼ਰ ਹਾਂ। ਜੋ ਅੱਜ ਕੱਲ੍ਹ ਪੰਜਾਬ ਦੇ ਵਿੱਚ ਸਭ ਤੋਂ ਚਰਚਾ ਚੱਲ ਰਹੀ ਹੈ ਉਹ ਜਲੰਧਰ ਦੀ ਚੋਣ ਨੂੰ ਲੈ ਕੇ ਚੱਲ ਰਹੀ ਹੈ। ਇਸ ਸਮੇਂ ਜਲੰਧਰ ਦੇ ਜੋ ਹਾਲਾਤ ਬਣੇ ਹੋਏ ਨੇ, ਉੱਥੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਲੀਡਰ ਹੈ ਉਹ ਉਹਨਾਂ ਪਾਰਟੀਆਂ ਨੂੰ ਛੱਡ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਜਾ ਰਹੇ ਨੇ। ਕਾਂਗਰਸ ਦੇ ਸੁਸ਼ੀਲ ਰਿੰਕੂ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਨੇ। ਤੁਹਾਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਕੋਈ ਜ਼ਿਆਦਾ ਲੰਮੇ ਸਮੇਂ ਤੋਂ ਤਾਂ ਇੱਥੇ ਨਹੀਂ ਆਈ ਹੈ, ਮਤਲਬ ਸਥਾਪਿਤ ਹੋਈ ਹੈ, ਪਰ ਇਸ ਸਮੇਂ ਉਹ ਸੱਤਾ ਦੇ ਵਿੱਚ ਹੈ। 92 ਉਹਦੇ ਵਿਧਾਇਕ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਭਾਵੇਂ ਲੰਮੇ ਸਮੇਂ ਤੋਂ ਇੱਥੇ ਵਿਚਰ ਰਹੀ ਹੈ, ਪਰ ਉਸ ਦਾ ਇੰਨਾ ਆਧਾਰ ਕਦੇ ਕਾਇਮ ਨਹੀਂ ਹੋਇਆ ਜਿੰਨਾ ਕੁ ਉਹ ਚਾਹ ਰਹੀ ਸੀਗੀ। ਹੁਣ ਉਸ ਦੇ ਲਈ ਸਮੱਸਿਆ ਇਹ ਹੈ ਕਿ ਉਸ ਨੂੰ ਸਿੱਖ ਚਿਹਰੇ ਬਹੁਤ ਘੱਟ ਮਿਲ ਰਹੇ ਨੇ ਪੂਰੇ ਪੰਜਾਬ ਦੇ ਵਿੱਚ। ਹੁਣ ਜਲੰਧਰ ਜਿਹੜੀ ਚੋਣ ਸੀਗੀ, ਉਹ ਜਿਹੜੀ ਜ਼ਿਮਨੀ ਚੋਣ ਹੈ 10 ਮਈ ਨੂੰ ਹੋਣੀ ਹੈ ਤੇ 13 ਮਈ ਨੂੰ ਉੱਥੇ ਨਤੀਜੇ ਸਾਹਮਣੇ ਆਉਣਗੇ। ਤਾਂ ਉਸ ਦੀ ਵੀ ਦੁਬਿਧਾ ਭਾਜਪਾ ਦੀ ਇਹੀ ਸੀ ਕਿ ਕਿਹੜਾ ਸਿੱਖ ਚਿਹਰਾ ਲੈ ਕੇ ਆਂਦਾ ਜਾਵੇ। ਉਹਨਾਂ ਨੇ ਹੁਣ ਇੰਦਰ ਇਕਬਾਲ ਨੂੰ ਆਪਣੇ ਜਿਹੜਾ ਖੇਮੇ ਵਿੱਚ ਲਿਆਂਦਾ। ਤੁਹਾਨੂੰ ਦੱਸ ਦਈਏ ਕਿ ਜਿਹੜਾ ਅਟਵਾਲ ਹੈ ਉਹਨਾਂ ਦੇ ਪਿਤਾ ਜੀ ਟਕਸਾਲੀ ਆਗੂ ਨੇ ਤੇ ਜਿਹੜਾ ਬੜੇ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਵਿੱਚ ਵਿਚਰ ਰਹੇ ਨੇ। ਅਕਾਲੀ ਦਲ ਤੋਂ ਉਹਨਾਂ ਨੂੰ ਟਿਕਟ ਵੀ ਮਿਲੀ, ਲੋਕ ਸਭਾ ਵੀ ਜਿੱਤੇ ਹੈ, ਵਿਧਾਨ ਸਭਾ ਵੀ ਜਿੱਤਿਆ, ਵਿਧਾਨ ਸਭਾ ਦੇ ਵੀ ਸਪੀਕਰ ਰਹੇ ਨੇ ਤੇ ਲੋਕ ਸਭਾ ਦੇ ਵਿੱਚ ਉਹ ਡਿਪਟੀ ਸਪੀਕਰ ਵੀ ਰਹੇ ਹੈ। ਤੇ ਅੱਜ ਹਾਲਾਤ ਇਹ ਨੇ ਕਿ ਇੰਦਰ ਇਕਬਾਲ ਸਿੰਘ ਅਕਾਲੀ ਦਲ ਦਾ ਸਾਥ ਛੱਡ ਗਏ ਨੇ ਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਇਹ ਜਿਹੜਾ ਰੁਝਾਨ ਚੱਲ ਰਿਹਾ ਹੈ ਇਹ ਨਵਾਂ ਨਹੀਂ ਹੈ। ਪਿਛਲੇ ਤਕਰੀਬਨ ਆਪਾਂ 2-3 ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਅਕਾਲੀ ਦਲ ਦੇ ਜਿਹੜੇ ਪ੍ਰਮੁੱਖ ਲੀਡਰ ਨੇ, ਟਕਸਾਲੀ ਆਗੂ ਨੇ, ਉਹ ਅਕਾਲੀ ਦਲ ਨੂੰ ਛੱਡ ਛੱਡ ਕੇ ਜਾ ਰਹੇ ਨੇ। ਅੱਜ ਇਸ ਵਿਸ਼ੇ ਦੇ ਉੱਤੇ ਆਪਾਂ ਚਰਚਾ ਕਰਨ ਜਾ ਰਹੇ ਹਾਂ। ਚਰਚਾ ਕਰਨ ਵਾਸਤੇ ਸਾਡੇ ਵਿੱਚ ਬਹੁਤ ਹੀ ਵਿਵਾਕ ਬੁਲਾਰੇ ਜਿਹੜੇ ਸਟੀਕ ਟਿੱਪਣੀਆਂ ਕਰਦੇ ਨੇ, ਖਾਸ ਤੌਰ ਤੇ ਸਿੱਖ ਮੁੱਦਿਆਂ ਦੇ ਉੱਤੇ, ਉਹ ਨੇ ਉਪਜੀਤ ਸਿੰਘ ਬਰਾੜ। ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ। ਬਰਾੜ ਸਾਹਿਬ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ। ਤੇ ਪਹਿਲਾਂ ਮੈਨੂੰ ਇਹ ਦੱਸੋ ਵੀ ਅਕਾਲੀ ਦਲ ਨੂੰ ਇਹ ਲੀਡਰ ਕਿਉਂ ਛੱਡ ਕੇ ਭੱਜ ਰਹੇ ਨੇ? ਦੇਖੋ ਦਰਸ਼ਕ ਜੀ, ਤੁਸੀਂ ਬੜੇ ਵਿਸਤਾਰ ਨਾਲ ਜਿਹੜੀ ਅਜੋਕੀ ਘਟਨਾਵਾਂ ਬਾਰੇ ਚਾਨਣਾ ਪਾ ਦਿੱਤਾ ਹੈ ਤੇ ਮੈਂ ਥੋੜਾ ਜਿਹਾ ਪਿਛੋਕੜ ਦੇ ਵਿੱਚ ਜਾਣਾ ਚਾਹੂੰਗਾ ਇਸ ਗੱਲ ਤੇ ਆਉਣ ਦੇ ਲਈ, ਕਿਉਂਕਿ ਅਕਾਲੀ ਦਲ ਜਿਹੜਾ ਕਿ ਬ੍ਰਿਟਿਸ਼ ਹਕੂਮਤ ਦੇ ਦੌਰਾਨ 1920 ਦੇ ਵਿੱਚ ਸਥਾਪਿਤ ਕੀਤਾ ਗਿਆ ਸੀਗਾ, ਉਹ ਸਿਰਫ ਇਸ ਕਰਕੇ ਕੀਤਾ ਗਿਆ ਸੀਗਾ ਕਿਉਂਕਿ ਸਿੱਖ ਸਿਧਾਂਤਾਂ ਦੀ ਤਰਜਮਾਨੀ ਕਰਨ ਦੇ ਲਈ ਤੇ ਸਿੱਖ ਮੁੱਦਿਆਂ ਤੇ ਕੇਂਦਰਿਤ ਕਰਨ ਦੇ ਲਈ ਤੇ ਜ਼ਬਰ ਤੇ ਜਿਹੜਾ ਜ਼ਾਲਮ ਆ ਉਹਦਾ ਮੁਕਾਬਲਾ ਕਰਨ ਦੇ ਲਈ ਤੇ ਸਿੱਖੀ ਨੂੰ ਫੈਲਾਉਣ ਦੇ ਲਈ। ਪਰ ਹੌਲੀ ਹੌਲੀ 1947 ਚ ਆਪਾਂ ਆਜ਼ਾਦ ਹੋ ਗਏ ਤੇ ਇੱਧਰ ਆਪਾਂ ਭਾਰਤ ਦੇ ਵਿੱਚ ਆਪਣਾ ਭਵਿੱਖ ਜੋੜਿਆ। ਤਾਂ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਸ਼ੁਰੂ ਦੇ ਵਿੱਚ ਅਕਾਲੀ ਦਲ ਦੇ ਜਿਹੜੇ ਆਗੂ ਆਏ, ਮਾਸਟਰ ਤਾਰਾ ਸਿੰਘ ਹੋਣੀ, ਖੜਗ ਸਿੰਘ ਹੋਣੀ, ਮੋਹਨ ਸਿੰਘ ਜਥੇਦਾਰ ਮੋਹਨ ਸਿੰਘ ਤੋੜ ਵਰਗੇ ਹੋਰ ਬਹੁਤ ਵੱਡੇ ਟਕਸਾਲੀ ਆਗੂ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਟਕਸਾਲੀ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਸਿੱਖ ਸਿਧਾਂਤਾਂ ਨੂੰ ਸਮਰਪਿਤ ਸੀਗੇ। ਤੇ ਉਹਨਾਂ ਦੇ ਨਾਲ ਉਸ ਸਮੇਂ ਅਕਾਲੀ ਦਲ ਦਾ ਇੱਕ ਬਹੁਤ ਵੱਡਾ, ਖਾਲੀ ਭਾਰਤ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਇੱਕ ਪ੍ਰਭਾਵ ਸੀਗਾ ਤੇ ਅਕਾਲੀ ਦਲ ਦੇ ਲੀਡਰ ਦੀ ਗੱਲ ਬਹੁਤ ਹੀ ਧਿਆਨ ਦੇ ਨਾਲ ਸੁਣੀ ਜਾਂਦੀ ਸੀਗੀ। ਪਰ ਜਿਉਂ ਹੀ ਸਮਾਂ ਲੰਘਿਆ, ਇਹ ਸਮਾਂ ਜਦੋਂ ਇਹ ਇਸ ਤਰ੍ਹਾਂ ਆਇਆ ਵੀ ਪਰਿਵਾਰਵਾਦ ਦਾ ਦੌਰ ਸ਼ੁਰੂ ਹੋ ਗਿਆ ਅਕਾਲੀ ਦਲ ਦੇ ਵਿੱਚ, ਖਾਸ ਤੌਰ ਤੇ 1984 ਦੇ ਧਰਮ ਯੁੱਧ ਮੋਰਚੇ ਤੋਂ ਬਾਅਦ ਆਪੋ ਧਾਪੀ ਪੈ ਗਈ ਤੇ ਹਰੇਕ ਇਹ ਲੱਗ ਗਿਆ ਵੀ ਕਿਸ ਤਰੀਕੇ ਨਾਲ ਸੱਤਾ ਦੇ ਵਿੱਚ ਕਾਬਜ ਹੋਣਾ ਹੈ, ਕਿਸ ਤਰੀਕੇ ਨਾਲ ਆਪਾਂ ਅੱਗੇ ਵਧਾਉਣਾ ਹੈ। ਤੇ ਜਿਉਂ ਹੀ ਇੱਕ ਬੜੀ ਇੱਕ ਫਿਲਾਸਫਰ ਨੇ ਗੱਲ ਕਹੀ ਆ ਵੀ ਧਰਮ ਦੇ ਵਿੱਚ ਜਿਹੜੀ ਭਗਤੀ ਆ ਉਹ ਆਤਮਾ ਦੀ ਮੁਕਤੀ ਦਾ ਰਾਹ ਹੋ ਸਕਦੀ ਆ, ਪਰ ਰਾਜਨੀਤੀ ਵਿੱਚ ਭਗਤੀ ਜਾਂ ਨਾਇਕ ਜਾਂ ਨਿਘਾਰ ਅਤੇ ਅੰਤ ਵਿੱਚ ਤਾਨਾਸ਼ਾਹੀ ਲਈ ਇੱਕ ਪੱਕਾ ਮਾਰਗ ਹੈ। ਇਹ ਬਹੁਤ ਵਧੀਆ ਗਾ। ਤੇ ਇਸ ਤਰ੍ਹਾਂ ਹੀ ਸਾਡੇ ਅਕਾਲੀ ਦਲ ਦੇ ਵਿੱਚ ਵਾਪਰ ਗਿਆ। ਜਿਉਂ ਹੀ ਅਕਾਲੀ ਦਲ ਪੰਥਕ ਪਾਰਟੀ ਥਾਂ ਤੇ ਪੰਜਾਬੀ ਪਾਰਟੀ ਦੇ ਵਿੱਚ ਪ੍ਰਵੇਸ਼ ਕਰ ਗਿਆ,
ਮੋਗੇ ਦੇ ਵਿੱਚ ਬਹੁਤ ਵੱਡੀ ਕਨਵੈਨਸ਼ਨ ਹੋਈ। ਉਸ ਤੋਂ ਬਾਅਦ ਜਿਹੜਾ ਅਕਾਲੀ ਦਲ ਦੇ ਵਿੱਚ ਪਰਿਵਾਰਵਾਦ ਦਾ ਵੱਡਾ ਦੌਰ ਸ਼ੁਰੂ ਹੋ ਗਿਆ। ਪਹਿਲਾਂ ਭਤੀਜਾ ਸਾਹਿਬ ਆ ਗਏ, ਫਿਰ ਬੇਟਾ ਸਾਹਿਬ ਆ ਗਏ, ਸਾਰਾ ਕੁਝ ਹੋਇਆ। ਤੇ ਉਸ ਤੋਂ ਬਾਅਦ ਵੱਡੇ ਜਵਾਈ ਸਾਹਿਬ ਆ ਗਏ, ਜਵਾਈ ਸਾਹਿਬ ਆ ਗਏ, ਜਵਾਈ ਸਾਹਿਬ ਆ ਗਏ, ਰਿਸ਼ਤੇਦਾਰ ਆ ਗਏ। ਮੇਰੇ ਖਿਆਲ ਕਿਸੇ ਸਮੇਂ ਜਦੋਂ ਇਹ ਅਕਾਲੀ ਸਰਕਾਰ ਸੀਗੀ ਤਾਂ 25-30 ਰਿਸ਼ਤੇਦਾਰ ਵੀ ਟੋਟਲ ਗਿਣਤੀ 'ਚ ਅਖਬਾਰਾਂ ਦੇ ਵਿੱਚ ਆਇਆ ਸੀਗਾ ਵੀ ਇੱਕ ਦੂਜੇ ਦੇ ਨਾਲ ਸੰਬੰਧਿਤ ਹਨ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਚੱਲੀਆਂ ਗਈਆਂ। ਤਾਂ ਫਿਰ ਦੂਜੇ ਲੀਡਰ ਵੀ ਆਪੋ ਆਪਣੇ ਬੇਟਿਆਂ ਦੇ ਲਈ ਟਿਕਟਾਂ ਦੀ ਮੰਗ ਲੱਗੇ ਕਰਨ। ਢੀਂਡਸਾ ਸਾਹਿਬ ਦਾ ਬੇਟਾ ਵੀ ਆ ਗਿਆ, ਆਪਣੇ ਦੂਜੇ ਉਹ ਆਪਣੇ ਇੱਕ ਵਾਰ ਜਥੇਦਾਰ ਟੌੜਾ ਸਾਹਿਬ ਦਾ ਜਵਾਈ ਵੀ ਆ ਗਿਆ, ਫਿਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਬੇਟਾ ਵੀ ਆ ਗਿਆ। ਇਸ ਤਰ੍ਹਾਂ ਫਿਰ ਕੈਪਟਨ ਕਮਲਜੀਤ ਸਿੰਘ ਜੀ ਨੇ ਵੀ ਆਪਣੇ ਬੇਟੇ ਦੀ ਲਈ ਟਰਾਈ ਕੀਤੀ। ਉਹ ਸਾਰਾ ਕੁਝ ਚੱਲਿਆ ਤੇ ਉਹ ਸਾਰਾ ਕੁਝ ਚੱਲਿਆ ਤੇ ਉਸ ਤਰ੍ਹਾਂ ਹੀ ਇਹ ਵੀ ਕਾਫੀ ਦੇਰ ਤੋਂ ਆਪਣੇ ਬੇਟੇ ਲਈ ਸਰਗਰਮ ਸੀਗੇ। ਇਹ ਆਪਣੇ ਅਟਵਾਲ ਸਾਹਿਬ, ਉਹ ਵੱਖਰੀ ਗੱਲ ਆ ਵੀ ਇਹਨਾਂ ਦਾ ਕਾਫੀ ਦੇਰ ਤੋਂ ਇਹਨਾਂ ਦਾ ਜ਼ੋਰ ਨਹੀਂ ਪੈ ਰਿਹਾ ਸੀਗਾ। ਤੇ ਦੂਜੇ ਪਾਸੇ ਇਹਨਾਂ ਨੂੰ ਜਦੋਂ ਇਹ ਪਹਿਲਾਂ ਜਿੱਤੇ ਵੀ ਆ ਖੈਰ, ਤੇ ਜਿਵੇਂ ਤੁਸੀਂ ਦੱਸੇ ਦਿਆ ਵੀ ਇੰਨੀਆਂ ਉੱਚ ਅਹੁਦਿਆਂ ਤੇ ਰਹੇ ਆ, ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਸਿਧਾਂਤਾਂ ਤੋਂ ਜਦੋਂ ਪਰੇ ਹੋ ਜਾਂਦੀ ਹੈ ਪਾਰਟੀ, ਮੈਂ ਫੇਰ ਸਿਧਾਂਤਾਂ ਦੀ ਗੱਲ ਕਰਦਾ ਹਾਂ, ਤਾਂ ਉਹ ਸਿਧਾਂਤ ਜਿਹੜੇ ਕਿ ਸਿੱਖ ਸਿਧਾਂਤ ਸੀਗੇ, ਸਿੱਖਾਂ ਨੂੰ ਆਪਾਂ ਨੇ ਤਿਲਾਂਜਲੀ ਦੇਤੀ, ਸਿੱਖ ਸਿਧਾਂਤਾਂ ਨੂੰ ਦੇਤੀ। ਖਾਸ ਤੌਰ ਤੇ ਜਦੋਂ ਸਿੱਖ ਸਿਧਾਂਤਾਂ ਨੂੰ ਲੈ ਕੇ ਜੇ ਕੋਈ ਪਾਰਟੀ ਛੱਡਦਾ ਦਰਸ਼ਕ ਜੀ, ਤਾਂ ਕਹਾਣੀ ਹੋਰ ਹੋਣੀ ਸੀਗੀ। ਤੇ ਬਰਗਾੜੀ ਦਾ ਮੋਰਚਾ ਹੋਇਆ, ਬਰਗਾੜੀ ਵਾਲੀ ਗੱਲ ਹੋਈ, ਸਾਰਾ ਕੁਝ ਹੋਇਆ, ਬੇਅਦਬੀ ਵਾਲਾ ਹੋਇਆ, ਕਿਸੇ ਨੇ ਨਹੀਂ ਛੱਡੀ। ਸਰਸੇ ਵਾਲੇ ਮੁੱਦੇ ਤੇ ਕਿਸੇ ਨੇ ਨਹੀਂ ਛੱਡੀ, ਸ਼੍ਰੋਮਣੀ ਕਮੇਟੀ ਦੇ ਇਸ਼ਤਿਹਾਰਬਾਜ਼ੀ ਤੇ ਕਿਸੇ ਨੇ ਨਹੀਂ ਛੱਡੀ। ਪਰ ਜਿਉਂ ਹੀ ਦੇਖਿਆ ਵੀ ਸੱਤਾ ਦੇ ਵਿੱਚ ਹੁਣ ਅਸੀਂ ਪਿੱਛੇ ਜਾ ਰਹੇ ਹਾਂ, ਨਿਘਾਰ ਆ ਰਿਹਾ ਹੈ, ਸਾਡੀ ਪਾਰਟੀ ਵੱਲੋਂ ਅਸੀਂ ਉਹ ਕੁਝ ਪ੍ਰਾਪਤੀ ਨਹੀਂ ਕਰ ਸਕਦੇ, ਤਾਂ ਇਹ ਪਾਰਟੀਆਂ ਬਦਲਣ ਦਾ ਜਿਹੜਾ ਰਿਵਾਜ ਸ਼ੁਰੂ ਹੋ ਗਿਆ, ਜੋ ਮੈਂ ਦੇਖ ਰਿਹਾ। ਤੇ ਇਹ ਵੀ ਇੱਕ ਉਸੇ ਵਰਤਾਂਤ ਦਾ ਨਤੀਜਾ ਹੈ। ਠੀਕ ਹੈ ਬਰਾੜ ਸਾਹਿਬ, ਵੈਸੇ ਤਾਂ ਇੱਕ ਗੱਲ ਇਹ ਹੈ ਕਿ ਤੁਸੀਂ ਜਿਵੇਂ ਕਿਹਾ ਵੀ ਇਹਨਾਂ ਨੇ ਸਿਧਾਂਤ ਛੱਡੇ, ਪਰ ਜਿਹੜੇ ਨੇ ਪਾਰਟੀ ਛੱਡੀ ਉਹਨਾਂ ਦੇ ਕਿਹੜੇ ਸਿਧਾਂਤ ਬਹੁਤ ਪੱਕੇ ਸੀਗੇ। ਹੁਣ ਜਿਵੇਂ ਢੀਂਡਸਾ ਸਾਹਿਬ ਸੀਗੇ, ਉਸ ਤੋਂ ਬਾਅਦ ਰਤਨ ਸਿੰਘ ਅਜਨਾਲਾ ਨੇ, ਇਸ ਤੋਂ ਬਾਅਦ ਬੀਬੀ ਜਗੀਰ ਕੌਰ ਹੈ, ਤੇ ਹੁਣ ਜਿਵੇਂ ਅਟਵਾਲ ਹੈ, ਇਹ ਸਾਰੇ ਇਹਨਾਂ ਨੇ ਕਿਹੜਾ ਬਹੁਤ ਸਿਧਾਂਤਾਂ ਨੂੰ ਜੱਫੀਆਂ ਪਾ ਰੱਖੀਆਂ ਸੀਗੀਆਂ। ਤੁਸੀਂ ਬਿਲਕੁਲ ਦਰਸ਼ਕ ਜੀ ਸਹੀ ਕਿਹਾ। ਮੈਂ ਪਹਿਲਾਂ ਹੀ ਕਹਿ ਰਿਹਾ ਵੀ ਜਦੋਂ ਪਾਰਟੀ ਦੇ ਵਿੱਚ ਵਿਦਰੋਹ ਕਰਨਾ ਚਾਹੀਦਾ ਸੀਗਾ ਉਸ ਸਮੇਂ ਨਹੀਂ ਕੀਤਾ, ਤੇ ਜਦੋਂ ਪਾਰਟੀ ਦੇ ਵਿੱਚ ਜਦੋਂ ਵਿਦਰੋਹ ਕਰਨ ਦਾ ਸਮਾਂ ਸੀਗਾ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਹੋ ਰਹੀ ਸੀਗੀ, ਗੁਰੂ ਗ੍ਰੰਥ ਸਾਹਿਬ ਤੇ ਹਮਲੇ ਹੋ ਰਹੇ ਸੀਗੇ, ਤੇ ਸਿੱਖਾਂ ਤੇ ਹਮਲੇ ਹੋ ਰਹੇ ਸੀਗੇ, ਸਿੱਖਾਂ ਤੇ ਜ਼ੁਲਮ ਹੋ ਰਿਹਾ ਸੀਗਾ, ਉਸ ਸਮੇਂ ਨਹੀਂ ਕੀਤਾ। ਪਰ ਜਿਉਂ ਹੀ ਦੇਖਿਆ ਵੀ ਹੁਣ ਆਪੋ ਧਾਪੀ ਪੈ ਰਹੀ ਹੈ, ਆਪੋ ਤਾਂ ਹਰੇਕ ਹੀ ਜਿਹੜਾ ਉਹ ਆਪੋ ਆਪਣੇ ਸਿਸਟਮ ਦੇ ਨਾਲ ਆਪਣੇ ਸਿਸਟਮ ਦੇ ਨਾਲ ਜੁੜਨ ਲੱਗ ਗਿਆ, ਤੇ ਕੋਈ ਸੰਤ ਕੇਂਦਰ ਵੱਲ ਜਾਣ ਲੱਗ ਗਿਆ, ਕੋਈ ਹੋਰ ਪਾਸੇ ਜਾਣ ਲੱਗ ਗਿਆ। ਇਸ ਤਰ੍ਹਾਂ ਇਹ ਸਾਰਾ ਰੌਲਾ ਗੋਲਾ ਸ਼ੁਰੂ ਹੋਇਆ। ਇਹ ਸਿਧਾਂਤਾਂ ਵਾਲੀ ਤਾਂ ਗੱਲ ਖਤਮ ਕਰਤੀ, ਕਿਉਂਕਿ ਜਦੋਂ ਇਹਨਾਂ ਨੇ ਧਰਮ ਦੀ ਤੇ ਮੀਰੀ ਪੀਰੀ ਦਾ ਸੰਕਲਪ ਛੱਡ ਕੇ ਇੱਕ ਪੰਜਾਬੀ ਪਾਰਟੀ ਦੀ ਗੱਲ ਕਰੀ। ਤੇ ਤੁਹਾਡੇ ਯਾਦ ਹੋਊਗਾ ਇੱਕ ਜਨਤਾ ਪਾਰਟੀ ਦੇ ਸੀਗੇ ਇੱਕ ਸਰਦਾਰ ਬਲਵੰਤ ਸਿੰਘ ਖੇੜਾ, ਉਹਨਾਂ ਨੇ ਕੇਸ ਵੀ ਕੀਤਾ ਹੈ ਹਾਈ ਕੋਰਟ ਤੱਕ, ਦੇ ਉੱਪਰ ਵੀ ਗਏ ਹੋਏ ਆ ਵੀ ਇਹ ਪਾਰਟੀ ਦੋਹਰੇ ਸੰਵਿਧਾਨ ਲੈ ਕੇ ਚੱਲ ਰਹੀ ਆ। ਇਹ ਨੌਬਤ ਕਿਉਂ ਆਈ? ਨੌਬਤ ਤਾਂ ਅਸੀਂ ਦਈ ਆ ਨਾ, ਅਸੀਂ ਆਪਣਿਆਂ ਨੂੰ ਮੌਕਾ ਦਿਆ, ਅਸੀਂ ਪੰਜਾਬ ਦੀਆਂ ਮੰਗਾਂ ਛੱਡੀਆਂ, ਅਸੀਂ ਪੰਜਾਬ ਦੀਆਂ ਮੰਗਾਂ ਛੱਡੀਆਂ, ਅਸੀਂ ਪੰਜਾਬ ਦੀ ਥਾਂ ਤੇ ਜਦੋਂ ਕੋਈ ਲੈਣ ਦਾ ਟਾਈਮ ਆਇਆ ਤਾਂ ਅਸੀਂ ਇਹ ਕਹਿਤਾ ਵੀ ਸਾਡੀ ਕੋਈ ਮੰਗ ਨਹੀਂ, ਸਾਡੀ ਕੋਈ ਡਿਮਾਂਡ ਨਹੀਂ, ਸਾਡੇ ਸਿਰਫ ਸਾਡੀ ਨੂੰਹ ਰਾਣੀ ਨੂੰ ਮੰਤਰੀ ਬਣਾ ਦਿਓ, ਸਾਡੇ ਬੇਟੇ ਨੂੰ ਬਣਾ ਦਿਓ। ਜਦੋਂ ਕਿ ਤੁਸੀਂ ਦੱਖਣ ਦੀ ਰਾਜਨੀਤੀ ਦੇਖ ਲਓ, ਉਹ ਕਹਿੰਦੇ ਆ ਪਹਿਲਾਂ ਇਹਨਾਂ ਮੁੱਦਿਆਂ ਤੇ ਸਾਡੇ ਨਾਲ ਗੱਲ ਕਰੋ, ਜਿਹੜਾ ਇਹਨਾਂ ਮੁੱਦਿਆਂ ਤੇ ਸਾਡੀ ਗੱਲ ਕਰੂਗਾ ਅਸੀਂ ਉਹਦੀ ਸਪੋਰਟ ਕਰਾਂਗੇ, ਦੂਜੇ ਦੀ ਨਹੀਂ ਕਰਦੇ। ਪਰ ਅਸੀਂ ਕਦੇ ਮੁੱਦਿਆਂ ਦੇ ਆਧਾਰ ਤੇ ਸਪੋਰਟ ਕੀਤੀ ਹੈ ਨਹੀਂ, ਅਸੀਂ ਤਾਂ ਸਿਰਫ ਕੁਰਸੀ ਲੈਣ ਦੇ ਲਈ ਸਪੋਰਟ ਕੀਤੀ। ਇਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਬਰਾੜ ਸਾਹਿਬ। ਪਰ ਇਹਦੇ ਨਾਲ ਬੇਸ਼ੱਕ ਅਕਾਲੀ ਦਲ ਦੇ ਵਿੱਚ ਹੁਣ ਲੀਡਰ ਜਾ ਰਹੇ ਨੇ, ਤੇ ਜਾ ਕਿੱਧਰ ਰਹੇ ਨੇ, ਜਿਹੜੀਆਂ ਖਾਸ ਤੌਰ ਤੇ ਨੈਸ਼ਨਲ ਪਾਰਟੀਆਂ ਨੇ। ਪਰ ਇੱਕ ਗੱਲ ਇਹ ਹੈ ਕਿ ਵੀ ਪੰਜਾਬ ਨੂੰ ਇਸ ਗੱਲ ਦਾ ਨੁਕਸਾਨ ਵੀ ਹੈ, ਕਿਉਂਕਿ ਜੇਕਰ ਪੰਜਾਬ ਦੀ ਕੋਈ ਗੱਲਬਾਤ ਕਰਦਾ ਸੀਗਾ ਉਹ ਅਕਾਲੀ ਦਲ ਹੀ ਕਰਦਾ ਸੀਗਾ। ਪਰ ਅਕਾਲੀ ਦਲ ਦਾ ਇਤਿਹਾਸ ਰਿਹਾ ਹੈ। ਤੇ ਹੁਣ ਜਿਵੇਂ ਇਸ ਤਰ੍ਹਾਂ ਹੁਣ ਜਿਵੇਂ ਸੁਖਦੇਵ ਸਿੰਘ ਢੀਂਡਸਾ, ਉਹਨਾਂ ਨੇ ਵੀ ਆਪਣੀ ਯਾਰੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨਾਲ ਲਾਈ ਹੋਈ ਹੈ। ਉਸੇ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਹੁਣ ਜਿਵੇਂ ਅਟਵਾਲ ਆਉਣੇ ਨੇ, ਉਹ ਵੀ ਭਾਰਤੀ ਜਨਤਾ ਪਾਰਟੀ ਤੇ ਬੀਬੀ ਜਗੀਰ ਕੌਰ ਠੀਕ ਹੈ ਅਲੱਗ ਹੋ ਗਈ ਹੈ। ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕੀ ਪੈਂਤਰਾ ਰਹਿੰਦੀ ਹੈ। ਜਿਸ ਤਰੀਕੇ ਨਾਲ ਅਕਾਲੀ ਦਲ ਸਾਰੇ ਖਿੱਤਿਆਂ ਦੇ ਵਿੱਚੋਂ, ਚਾਹੇ ਉਹ ਮਾਝਾ ਹੈ, ਚਾਹੇ ਉਹ ਮਾਲਵਾ, ਚਾਹੇ ਉਹ ਦੁਆਬੇ ਦੇ ਵਿੱਚੋਂ ਵੱਡੇ ਵੱਡੇ ਲੀਡਰ ਜਾਈ ਜਾਂਦੇ ਆ, ਤਾਂ ਅਕਾਲੀ ਦਲ ਬਿਲਕੁਲ ਹੀ ਕਮਜ਼ੋਰ ਪੈ ਜਾਊਗਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ
ਮਤਲਬ ਖੇਤਰੀ ਪਾਰਟੀ ਤੋਂ ਆਸਾਂ ਹੁੰਦੀਆਂ ਨੇ ਲੋਕਾਂ ਦੀਆਂ, ਉਹ ਤਾਂ ਫਿਰ ਖਤਮ ਹੋ ਜਾਣਗੀਆਂ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਖੇਤਰੀ ਪਾਰਟੀ ਤੋਂ ਬਹੁਤ ਵੱਡੀ ਆਸਾਂ ਸੀਗੀਆਂ, ਤੇ ਖਾਸ ਤੌਰ ਤੇ ਜੋ ਹੁਣ ਭਾਰਤ ਦੀ ਰਾਜਨੀਤੀ ਚੱਲ ਰਹੀ ਹੈ, ਖੇਤਰੀ ਪਾਰਟੀ ਦਾ ਇੱਕ ਵੱਡਾ ਰੋਲ ਹੋਣਾ ਸੀਗਾ। ਜੇ ਅਕਾਲੀ ਦਲ, ਜਿਹਨੂੰ ਕਿ ਇੱਕ ਬਹੁਤ ਹੀ ਕਿਸੇ ਐਮਰਜੈਂਸੀ ਸਮੇਂ ਵੀ ਸਾਰੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਸੀਗੀਆਂ, ਜਿਹੜੀਆਂ ਜੈ ਪ੍ਰਕਾਸ਼ ਨਾਰਾਇਣ ਦੇ ਸਮੇਂ ਇਕੱਠੀਆਂ ਹੋਈਆਂ ਸੀਗੀਆਂ, ਉਹਨਾਂ ਨੇ ਵੀ ਅਕਾਲੀ ਦਲ ਤੇ ਟੇਕ ਲਾਈ ਸੀਗੀ, ਕਿਉਂਕਿ ਅਕਾਲੀ ਦਲ ਕੋਲ ਇੱਕ ਕੈਡਰ ਸੀਗਾ, ਤੇ ਅਕਾਲੀ ਦਲ ਨੇ ਹੀ ਜਿਹੜਾ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਕੀਤਾ, ਤੇ ਸਭ ਤੋਂ ਜ਼ਿਆਦਾ ਗ੍ਰਿਫਤਾਰੀਆਂ ਵੀ ਪੰਜਾਬ ਦੇ ਖਿੱਤੇ 'ਚ ਹੋਈਆਂ ਸੀਗੀਆਂ, ਤੇ ਇੰਦਰਾ ਗਾਂਧੀ ਤੱਕ ਇਹਨਾਂ ਤਰਕਦੀ ਸੀਗੀ, ਤੇ ਇੰਦਰਾ ਗਾਂਧੀ ਇਸੇ ਕਰਕੇ ਇਹਨਾਂ ਨਾਲ ਸਮਝੌਤਾ ਕਰਨਾ ਚਾਹੁੰਦੀ ਸੀਗੀ। ਤੇ ਪਰ ਉਹ ਗੱਲਾਂ ਹੁਣ ਕਾਫੀ ਲੰਮੀਆਂ ਚੌੜੀਆਂ ਹੋ ਗਈਆਂ, ਆਪਣਾ ਸਾਰਾ ਕੁਝ ਹੋ ਗਿਆ, ਆਪਾਂ ਦਰਬਾਰ ਸਾਹਿਬ ਤੇ ਵੀ ਹਮਲਾ ਕਰਾ ਬੈਠੇ, ਆਪਾਂ ਬਹੁਤ ਵੱਡੇ ਆਪਣੇ ਸਿੱਖਾਂ ਦੀ ਨਸਲਕੁਸ਼ੀ ਕਰਾ ਬੈਠੇ, ਪਰ ਉਸ ਦੇ ਬਾਵਜੂਦ ਵੀ ਅਸੀਂ ਕੁਝ ਸਿੱਖਿਆ ਨਹੀਂ। ਅਸੀਂ ਅਜੇ ਵੀ ਆਪਣੀਆਂ ਚੌਧਰਾਂ ਦੇ ਪਿੱਛੇ, ਨਿੱਜਾਂ ਪਿੱਛੇ, ਚਾਹੇ ਕੋਈ ਵੀ ਅਕਾਲੀ ਲੀਡਰ ਆ, ਉਹ ਸਿੱਖ ਸਿਧਾਂਤਾਂ ਤੋਂ ਦੂਰ ਹੋ ਗਿਆ। ਜੋ ਸਿੱਖਾਂ ਦਾ ਸਿਧਾਂਤ ਸੀਗਾ, ਜਿਹੜਾ ਆਪਣਾ ਨਾਮ ਜਪਣ, ਵੰਡ ਛਕਣ ਦਾ, ਤੇ ਜੋ ਜ਼ਬਰ ਦਾ ਮੁਕਾਬਲਾ ਕਰਨ ਲਈ ਜਿਹੜੇ ਬੁਨਿਆਦੀ ਗੱਲਾਂ ਸੀ, ਉਹ ਤੋਂ ਅਸੀਂ ਦੂਰ ਹੋ ਗਏ। ਅਸੀਂ ਸਿਰਫ ਕੁਰਸੀ ਲਈ ਪੁੱਤਰ ਮੋਹ ਦੇ ਸ਼ਿਕਾਰ ਹੋ ਗਏ, ਪਰਿਵਾਰ ਮੋਹ ਦਾ ਸ਼ਿਕਾਰ ਹੋ ਗਏ, ਤੇ ਸਾਡੇ 'ਚ ਕਮਜ਼ੋਰੀਆਂ ਆਣੀਆਂ ਸੀਗੀਆਂ। ਹੁਣ ਤੁਸੀਂ ਜਿਨ੍ਹਾਂ ਦੇ ਵੀ ਨਾਂ ਲਏ ਆ, ਉਹ ਸਾਰੇ ਜਿੰਨੇ ਵੀ ਕੋਈ ਲੀਡਰ ਆ, ਕੋਈ ਸਿੱਖ ਕੌਮ ਲਈ ਨਹੀਂ ਗਿਆ, ਸਾਰੇ ਆਪੋ ਆਪਣੀ ਰਾਜਨੀਤੀ ਕਰਨ ਲਈ ਗਏ ਆ। ਚਾਹੇ ਤੁਸੀਂ ਢੀਂਡਸਾ ਸਾਹਿਬ ਦਾ ਨਾਂ ਲਿਆ, ਚਾਹੇ ਬੀਬੀ ਜਗੀਰ ਕੌਰ ਦਾ ਲੈ ਲਿਆ, ਚਾਹੇ ਉਸ ਤੋਂ ਪਹਿਲਾਂ ਕੋਈ ਹੋਰ ਬਥੇਰੇ ਲੀਡਰ ਚਲੇ ਗਏ, ਉਹਨਾਂ ਦਾ ਨਾਂ ਲੈ ਲਓ, ਕਿਸੇ ਦਾ ਵੀ ਲੈ ਲਓ। ਤੇ ਇਸ ਤੋਂ ਪਹਿਲਾਂ ਵੀ ਬਹੁਤ ਵੱਡੇ ਵੱਡੇ ਲੀਡਰ ਅਕਾਲੀ ਦਲ ਨੂੰ ਛੱਡ ਕੇ ਗਏ। ਕਿਸੇ ਸਮੇਂ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੁੰਦਾ, ਕਿਸੇ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਦੀ ਟਿਕਟ ਤੇ ਇਲੈਕਸ਼ਨ ਲੜੀ ਸੀਗੀ, ਪ੍ਰਕਾਸ਼ ਸਿੰਘ ਬਾਦਲ ਨੇ, ਤੇ ਉਸ ਤੋਂ ਬਾਅਦ ਉਹ ਅਕਾਲੀ ਦਲ ਦੇ ਵਿੱਚ ਆਏ ਸੀਗੇ। ਸੋ ਹੁਣ ਫਿਰ ਇੱਕ ਰੁਝਾਨ ਇਹੋ ਜਿਹਾ ਬਣ ਗਿਆ ਵੀ ਜਿਹੜਾ ਵੀ ਅਕਾਲੀ ਦਲ ਤੋਂ ਪਰਾਂ ਜਾਂਦਾ ਸੀਗਾ, ਉਹਨੂੰ ਕਾਂਗਰਸੀ ਏਜੰਟ ਕਿਹਾ ਜਾਂਦਾ ਸੀਗਾ, ਵੀ ਇਹ ਕਾਂਗਰਸ ਦਾ ਬੰਦਾ ਹੈ। ਪਰ ਜਿਵੇਂ ਹੁਣ ਬੀਜੇਪੀ ਕਰਦੀ ਆ, ਜਿਹੜਾ ਬੀਜੇਪੀ ਤੇ ਉਲਟ ਹੁੰਦਾ, ਉਹਨੂੰ ਕਹਿੰਦੀ ਆ ਭਾਰਤ ਵਿਰੋਧੀ। ਜਿਹੜਾ ਬੀਜੇਪੀ 'ਚ ਆ ਜਾਂਦਾ ਹੈ, ਉਹ ਕਰਪਸ਼ਨ ਦੇ ਵੀ ਚਾਰਜ ਖਤਮ ਹੋ ਜਾਂਦੇ ਆ, ਭਾਰਤ ਦੇ ਵੀ ਚਾਰਜ ਖਤਮ ਹੋ ਜਾਂਦੇ ਆ, ਉਹ ਦੁੱਧ ਧੋਤਾ ਹੋ ਜਾਂਦਾ ਹੈ। ਇਸੇ ਸਮੇਂ ਜਦੋਂ ਇੱਕ ਵਾਰ ਤੁਹਾਡੇ ਯਾਦ ਹੋਊਗਾ, ਇਹ ਸਭ ਇੱਕ ਵਾਰ ਗੁਰਚਰਨ ਸਿੰਘ ਟੌਹੜਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਆਪਸ ਦੇ ਵਿੱਚ ਕਾਫੀ ਜ਼ਿਆਦਾ ਤਕਰਾਰ ਹੋ ਗਿਆ ਸੀਗਾ 1999 ਤੋਂ ਪਹਿਲਾਂ, ਤੇ ਜਥੇਦਾਰ ਰਣਜੀਤ ਸਿੰਘ ਜੀ ਨੇ ਇਹਨਾਂ ਦਾ ਫੈਸਲਾ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਸੀਗੀ, ਪਰ ਉਹ ਨਹੀਂ ਹੋਇਆ ਸੀਗਾ। ਤੇ ਉਹ ਤੋਂ ਬਾਅਦ ਇਹਨਾਂ ਨੂੰ ਇਹ ਕਿਹਾ ਗਿਆ ਸੀਗਾ ਵੀ ਕਾਂਗਰਸ ਦੇ ਇਸ਼ਾਰੇ ਤੇ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਪਰ ਜਿਉਂ ਹੀ ਦੁਬਾਰਾ ਇੱਕ ਹੋ ਗਿਆ, ਸਭ ਸਹੀ ਹੋ ਗਿਆ। ਸੋ ਇਹ ਕਹਾਣੀਆਂ ਪਤਾ ਕੀ ਆ, ਕਹਾਣੀਆਂ ਇੱਥੇ ਆ ਵੀ ਅਸੀਂ ਸਿੱਖ ਸਿਧਾਂਤਾਂ ਤੋਂ, ਅਸੀਂ ਕਹਿਣ ਨੂੰ ਤਾਂ ਅਸੀਂ ਸਿੱਖ ਹੈਗੇ, ਅਕਾਲੀ ਹੈਗੇ, ਪਰ ਅਕਾਲੀ ਜਿਹੜਾ ਲਫ਼ਜ਼ ਆ ਉਹ ਤੋਂ ਬਹੁਤ ਦੂਰ ਹੋ ਚੁੱਕੇ ਆ। ਅਸਲੀ ਕਹਾਣੀ ਇਹ ਆ, ਇਹ ਸਾਡੇ 'ਚ ਗਿਰਾਵਟਾਂ ਆ ਚੁੱਕੀਆਂ। ਇੱਕ ਹੋਰ ਹੈ, ਚਲੋ ਲੀਡਰ ਛੱਡ ਕੇ ਜਾ ਰਹੇ ਨੇ, ਜਿਵੇਂ ਆਪਾਂ ਖੇਤਰੀ ਪਾਰਟੀ ਦੀ ਗੱਲ ਕਰਦੇ ਹਾਂ, ਪਰ ਇਹ ਜਿਹੜੀਆਂ ਰਾਸ਼ਟਰੀ ਪਾਰਟੀਆਂ ਨੇ, ਇਹ ਸਾਰੇ ਤਿੰਨ ਜਿਹੜੀਆਂ ਹੈਗੀਆਂ ਰਾਸ਼ਟਰੀ ਪਾਰਟੀ ਨੇ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਹੈ। ਜੇਕਰ ਇਸੇ ਤਰੀਕੇ ਦੇ ਨਾਲ ਅਕਾਲੀ ਦਲ ਖਾਲੀ ਹੁੰਦਾ ਚੱਲ ਜਾਊਗਾ, ਤਾਂ ਇਹ ਜਿਹੜੀ ਹੈਗੀ ਆ ਪੰਜਾਬ ਦੇ ਲਈ ਹਾਨੀਕਾਰਕ ਨਹੀਂ ਹੋਣਗੀਆਂ ਇਹ ਰਾਸ਼ਟਰੀ ਪਾਰਟੀਆਂ? ਬਿਲਕੁਲ ਹਾਨੀਕਾਰਕ ਆ, ਤੇ ਖਾਸ ਤੌਰ ਤੇ ਮੈਂ ਸਪਸ਼ਟ ਲਫ਼ਜ਼ਾਂ 'ਚ ਕਹਿਣਾ, ਸਿੱਖ ਕੌਮ ਦੇ ਲਈ ਬਹੁਤ ਹੀ ਹਾਨੀਕਾਰਕ ਆ ਤੇ ਖਤਰਨਾਕ ਹਨ, ਕਿਉਂਕਿ ਸਿੱਖ ਸ਼ਕਤੀ ਨੂੰ ਬਹੁਤ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਅਸੀਂ ਆਪਣੀ ਨਿੱਜ ਲਾਲਸਾ ਬਸ ਅਕਾਲੀ ਦਲ ਦੀਆਂ ਕਮਜ਼ੋਰੀਆਂ ਉਹਨਾਂ ਨੂੰ ਦੂਰ ਕਰਨ ਦੀ ਬਜਾਏ ਅਸੀਂ ਆਪਣੀਆਂ ਪ੍ਰਾਪਤੀਆਂ ਦੇ ਲਈ ਅੱਗੇ ਵੱਧ ਕੇ ਜਾ ਰਹੇ ਹਾਂ। ਇਤਿਹਾਸ ਇਹਨਾਂ ਨੂੰ ਵੀ ਮਾਫ ਨਹੀਂ ਕਰੂਗਾ, ਯਾਦ ਰੱਖਿਓ। ਇਤਿਹਾਸ ਜਿਹੜਾ ਲਿਖਿਆ ਜਾ ਰਿਹਾ ਉਹ ਕਦੇ ਮਾਫ ਨਹੀਂ ਕਰਦਾ। ਇਤਿਹਾਸ ਜਿਹੜਾ ਉਹ ਕਿਸੇ ਨੂੰ ਬਖਸ਼ਦਾ ਨਹੀਂ ਹੈਗਾ। ਸਮੇਂ ਆਉਣ ਤੇ ਸਾਰੀਆਂ ਗੱਲਾਂ ਹੁੰਦੀਆਂ। ਇਹਨਾਂ ਨੇ ਅੱਜ ਤੱਕ ਜਿਹੜੇ ਦੂਜੀਆਂ ਪਾਰਟੀਆਂ 'ਚ ਗਏ ਜਾਂਦੇ ਆ, ਜਦੋਂ ਪਹਿਲਾਂ ਉਸ ਪਾਰਟੀ ਦੀ ਇੱਕ ਦਿਨ ਪਹਿਲਾਂ ਵਿਰੋਧਤਾ ਕਰ ਰਹੇ ਹੁੰਦੇ ਆ, ਪਰ ਜਿੱਦਣ ਚਲੇ ਜਾਂਦੇ ਆ ਉਦੋਂ ਸੋਲੇ ਲਾ ਜਾਂਦੇ ਆ ਗਾਣ। ਉਹ ਕਦੇ ਮੈਂ ਇਹਨਾਂ ਦਾ ਵੀ ਬਿਆਨ ਸੁਣ ਰਿਹਾ ਸੀਗਾ, ਜਿਹੜੇ ਅਟਵਾਲ ਸਾਹਿਬ ਗਏ ਆ, ਵੀ ਉਹ ਕਹਿੰਦੇ ਵੀ ਮੈਂ ਬੀਜੇਪੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਗਿਆ। ਬੀਜੇਪੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਗਏ ਆ ਜਾਂ ਆਪਣੀ ਕੁਰਸੀ ਲਈ ਗਏ ਆ? ਇਹ ਗੱਲ ਸਪਸ਼ਟ ਕਰਨੀ ਚਾਹੀਦੀ ਹੈ ਉਹਨਾਂ ਨੂੰ ਵੀ। ਉਹਨਾਂ ਨੇ ਹੁਣ ਕਿਹਾ, ਦੇਖੋ ਦਰਸ਼ਕ ਜੀ, ਉਹ ਹਮੇਸ਼ਾ ਇੱਕ ਬੀਜੇਪੀ ਜਿਹੜਾ ਜਾਂਦਾ ਇੱਕ ਗੱਲ ਕਹਿੰਦਾ ਵੀ ਇਹਨਾਂ ਨੇ ਕਰਤਾਰਪੁਰ ਲਾਂਘਾ ਖਿਲਾਤਾ। ਤੁਸੀਂ ਕਰਤਾਰਪੁਰ ਲਾਂਘੇ ਦੀ ਜੇ ਕਿ ਹਿਸਟਰੀ ਦੇਖ ਲਓ, ਅੱਜ ਮੈਂ ਬਿਲਕੁਲ ਤੁਹਾਡੇ ਚੈਨਲ ਤੇ ਕਲੀਅਰ ਕਰਨੇ ਚਾਹੂੰਗਾ ਜੇ ਥੋੜਾ ਸਮਾਂ ਯਾਦ ਦਊਗਾ। ਕਰਤਾਰਪੁਰ ਲਾਂਘਾ ਦਰਸ਼ਕ ਜੀ, ਸਭ ਤੋਂ ਪਹਿਲਾਂ ਉਸ ਸਮੇਂ ਗੱਲ ਚਰਚਾ, ਕਿਉਂਕਿ ਸਿੱਖ ਬਹੁਤ ਲੰਮੇ ਸਮੇਂ ਤੋਂ ਅਰਦਾਸ ਕਰ ਰਹੇ ਸੀਗੇ ਵਿਛੜੇ ਹੋਏ ਗੁਰਦੁਆਰਿਆਂ ਦੇ ਨਾਲ ਮਿਲਾਪ ਕਰਨ ਦੀ, ਬਹੁਤ ਲੰਮੇ ਸਮੇਂ ਤੋਂ ਅਰਦਾਸ ਕਰ ਰਹੇ ਸੀਗੇ। ਪਰ ਹਰ ਰੋਜ਼ ਆਪਾਂ ਗੁਰਦੁਆਰਾ ਸਾਹਿਬ 'ਚ ਵੀ ਅਰਦਾਸ ਕਰਦੇ ਆ। ਤੇ ਜਦੋਂ ਕਰਤਾਰਪੁਰ ਲਾਂਘੇ ਦੀ ਗੱਲ ਹੋਈ ਆ, ਉਸ ਸਮੇਂ ਹੋਈ ਆ ਜਦੋਂ ਇਮਰਾਨ ਖਾਨ ਪ੍ਰਧਾਨ ਮੰਤਰੀ ਦੀ ਸਹੁੰ ਚੁੱਕ ਰਿਹਾ ਸੀਗਾ, ਤੇ ਇੱਥੋਂ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਜਾਂ ਇਹ ਵੀ ਉਹਦੇ ਦੋਸਤ ਹੋਣ ਕਰਕੇ ਉਹ ਸ਼ਾਮਲ ਹੋਣ ਗਏ ਸੀਗੇ। ਤੁਹਾਡੇ ਯਾਦ ਹੋਊਗਾ ਵੀ ਅਜੇ ਸਹੁੰ ਚੁੱਕੀ, ਅਜੇ ਸਵਾਗਤ ਚੱਲ ਰਿਹਾ ਸੀਗਾ। ਇੱਕ ਉੱਥੇ ਦਾ ਜਿਹੜਾ ਉਸ ਸਮੇਂ ਜਨਰਲ ਸੀਗਾ, ਕਰਨਲ ਬਾਜਵਾ, ਉਹ ਖੁਦ ਆਇਆ
ਅਜੇ ਮੀਟਿੰਗ ਵੀ ਨਹੀਂ ਹੋਈ ਕੈਬਨਿਟ, ਉਹ ਆ ਕੇ ਨਵਜੋਤ ਸਿੰਘ ਸਿੱਧੂ ਨੂੰ ਇਹ ਕਹਿੰਦਾ ਹੈ ਵੀ ਅਸੀਂ ਕਰਤਾਰਪੁਰ ਲਾਂਘਾ ਖੋਲਣ ਜਾ ਰਹੇ ਹਾਂ, ਤੇ ਉਹਨੇ ਉੱਠ ਕੇ ਜੱਫੀ ਪਾ ਲਈ। ਪਰ ਜਦੋਂ ਉਹ ਆਇਆ ਇੱਥੇ ਤਾਂ ਉਹ ਆ ਕੇ ਉਹਨੇ ਦੱਸਿਆ ਵੀ ਪਾਕਿਸਤਾਨ ਕਰਤਾਰਪੁਰ ਦਾ ਲਾਂਘਾ ਬਣਨ ਜਾ ਰਿਹਾ, ਪਰ ਇੱਥੇ ਬੜਾ ਬਾਬਰੋਲਾ ਹੋਇਆ। ਉਹਨੇ ਸਿਰਫ ਇਹੀ ਗੱਲ ਦੱਸੀ ਸੀ, ਬਾਜਵੇ ਨੇ ਦੱਸੀ, ਹਾਲਾਂਕਿ ਅਜੇ ਪਾਕਿਸਤਾਨ ਗੌਰਮੈਂਟ ਨੇ ਸ਼ੁਰੂਆਤ ਨਹੀਂ ਕੀਤੀ ਸੀਗੀ ਤੇ ਇਮਰਾਨ ਖਾਨ ਨਾਲ ਵੀ ਕੋਈ ਗੱਲ ਨਹੀਂ ਹੋਈ ਸੀਗੀ, ਪਰ ਇੱਥੇ ਉਹ ਰੌਲਾ ਪਿਆ ਅਕਾਲੀ ਦਲ ਨੇ ਵੀ ਇਹ ਪਾਕਿਸਤਾਨ ਦਾ ਏਜੰਟ ਆ, ਫਲਾਣਾ ਢਿਮਕਾ ਇਮਕਾ ਬਹੁਤ ਕੁਝ ਹੋਇਆ। ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲ ਕਦਮੀ ਹੈ ਪਾਕਿਸਤਾਨ ਨੇ ਕੀਤੀ ਹੈ, ਇਹ ਗੱਲ ਸਮਝ ਲਓ। ਪਾਕਿਸਤਾਨ ਦਾ ਇਹ ਨਿਸ਼ਾਨਾ ਸੀਗਾ ਵੀ ਜੇਕਰ ਕਰਤਾਰਪੁਰ ਦਾ ਲਾਂਘਾ ਇੰਡੀਆ ਵੱਲੋਂ ਨਹੀਂ ਬਣਦਾ, ਅਸੀਂ ਬਣਾ ਕੇ ਅਸੀਂ ਆਪਣੇ ਜਿਹੜਾ ਹੱਦ ਆ ਉੱਥੇ ਬਣਾ ਕੇ ਗੇਟ ਲਾ ਕੇ ਛੱਡ ਦਾਂਗੇ। ਤੇ ਸਾਡੀ ਮਜਬੂਰੀ ਸੀਗੀ, ਜੇ ਅਸੀਂ ਪਹਿਲ ਕਦਮੀ ਕਰਦੇ ਤਾਂ ਅਸੀਂ ਮੰਨਦੇ ਵੀ ਸਿੱਖ ਤਾਂ ਬਹੁਤ ਦੇਰ ਤੋਂ ਮੰਗ ਕਰ ਰਹੇ ਸੀਗੇ, ਔਰ ਉਸ ਤੋਂ ਬਾਅਦ ਵੀ ਪਾਸਪੋਰਟ ਦੀਆਂ ਸ਼ਰਤਾਂ, ਹੋਰ ਬਹੁਤ ਸ਼ਰਤਾਂ ਅਜੇ ਤੱਕ ਖੁੱਲੇ ਦਰਸ਼ਨਦਾਰੇ ਤਾਂ ਹੋਏ ਨਹੀਂ, ਜਿਨ੍ਹਾਂ ਕੋਲ ਪਾਸਪੋਰਟ ਹੈ ਹੀ ਨਹੀਂ ਉਹ ਤਾਂ ਜਾ ਹੀ ਨਹੀਂ ਸਕਦੇ। ਅਸੀਂ ਗੱਲਾਂ ਬਹੁਤ ਕਰਦੇ ਆ ਤੇ ਕਹਿਣ ਦੀਆਂ ਗੱਲਾਂ ਅਸੀਂ ਕਹਿੰਦੇ ਆ ਇਹ ਕਰਤਾ ਉਹ ਕਰਤਾ। ਤੇ ਇੱਕ ਗੱਲ ਮੈਂ ਹੋਰ ਤੁਹਾਡੇ ਸਾਹਮਣੇ ਹੁਣ ਗੱਲ ਕਰਦਾ, ਜਿਹੜੇ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਜਿਹੜੇ ਭੱਜ ਭੱਜ ਕੇ ਜਾ ਰਹੇ ਆ ਅੱਜ ਦੇ ਦੌਰ ਦੇ ਵਿੱਚ, ਜਦੋਂ ਸਿੱਖ ਕੌਮ ਦੇ ਵਿੱਚ ਸਿੱਖ ਕੌਮ ਦੀ ਜਵਾਨੀ ਨੂੰ ਗੋਦੀ ਮੀਡੀਆ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਸਿੱਖਾਂ ਦੇ ਰਿਆਸਤੀ ਝੰਡਿਆਂ ਨੂੰ ਉਹ ਕਰਕੇ ਉਹ ਵੀ ਇਹ ਖਾਲਿਸਤਾਨ ਦਾ ਝੰਡਾ ਹੈ, ਫਲਾਣਾ ਝੰਡਾ ਹੈ, ਤੇ ਪੂਰਾ ਜਦੋਂ ਕਿ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਖਾਲਿਸਤਾਨ ਦਾ ਲਫ਼ਜ਼ ਕੋਈ ਮਾੜਾ ਨਹੀਂ ਮੰਨਿਆ ਗਿਆ। ਜਦੋਂ ਹਿੰਦੂ ਰਾਸ਼ਟਰ ਦੀ ਗੱਲ ਹੁੰਦੀ ਹੈ ਤਾਂ ਖਾਲਿਸਤਾਨ ਦੀ ਵੀ ਗੱਲ ਹੋਊਗੀ, ਕਿਉਂਕਿ ਜਿਹੜੇ ਗਵਰਨਰ ਸਤਿਆਪਾਲ ਮਲਿਕ ਵੀ ਕਹਿ ਚੁੱਕੇ ਆ, ਹੋਰ ਬਹੁਤ ਸਾਰੇ ਆਗੂ ਕਹਿ ਚੁੱਕੇ ਆ, ਰਾਜਸਥਾਨ ਦੇ ਮੰਤਰੀ ਗਹਿਲੋਤ ਵੀ ਕਹਿ ਚੁੱਕੇ ਆ। ਅਸੀਂ ਉਹਨਾਂ ਵੱਲ ਚਰਚਾ ਨਹੀਂ ਕਰ ਰਹੇ, ਪਰ ਮੇਰਾ ਕਹਿਣ ਦਾ ਭਾਵ ਹੈ ਵੀ ਅਸੀਂ ਉਸ ਸਮੇਂ ਛੱਡ ਕੇ ਜਾ ਰਹੇ ਹਾਂ ਜਦੋਂ ਕੌਮ ਨੂੰ ਤੁਹਾਡੀ ਲੋੜ ਸੀਗੀ, ਤੇ ਅਸੀਂ ਇੱਕ ਬਹੁਤ ਵੱਡੀ ਗਦਾਰੀ ਕਰ ਰਹੇ ਹਾਂ ਆਪਣੇ ਆਪ। ਦੇਖੋ ਮੇਰੀ ਗੱਲ ਸੁਣੋ ਬਰਾੜ ਸਾਹਿਬ, ਇਹ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਭਾਵੇਂ ਕਿ ਉੱਪਰੋਂ ਦਿਖਾਉਂਦੀ ਕੁਝ ਹੋਰ ਹੈ, ਅੰਦਰੋਂ ਹਲੇ ਵੀ ਜਿਹੜੇ ਕਹਿੰਦੇ ਖਾਣ ਦੇ ਦੰਦ ਹੋਰ ਹੁੰਦੇ, ਦਿਖਾਉਣ ਦੇ ਕੁਝ ਹੋਰ ਹੈ। ਹੁਣ ਪਿਛਲੇ ਦਿਨੀ NCERT ਦੀ ਕਿਤਾਬਾਂ ਦੀ ਚਰਚਾ ਚੱਲੀ, ਉਹਦੇ ਵਿੱਚ ਵੀ ਜਿਹੜਾ ਅਨੰਦਪੁਰ ਸਾਹਿਬ ਦੇ ਮਸਲੇ ਨੂੰ ਜਿਹੜਾ ਹੈਗਾ ਮਤੇ ਨੂੰ ਇਹਨਾਂ ਨੇ ਵੱਖਵਾਦੀ ਦਰਸਾਤਾ। ਤੇ ਜਦੋਂ ਰੌਲਾ ਪਿਆ ਸ਼੍ਰੋਮਣੀ ਕਮੇਟੀ ਨੇ ਕਹਿੰਦੇ ਜੀ ਸਾਡੇ ਤੋਂ ਇਹ ਗਲਤੀ ਹੋ ਗਈ, ਪਰ ਗਲਤੀ ਸੁਧਾਰੀ ਨਹੀਂ ਹੈ, ਮੰਨਦੇ ਜ਼ਰੂਰ ਨੇ। ਮਤਲਬ ਇਸ ਤਰ੍ਹਾਂ ਦੀ ਇਹ ਹੁਣ ਜੇਕਰ ਹੁਣ 1984 ਦੇ ਕਤਲੇਆਮ ਦੀ ਗੱਲਬਾਤ ਹੁਣ ਸਿਲੇਬਸ ਦੇ ਵਿੱਚ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਸਿੱਖਾਂ ਨਾਲ ਬਹੁਤ ਪਿਆਰ ਕਰਦੇ ਆ ਇਸ ਗੱਲ ਕਰਕੇ। ਉਹ ਇਸ ਗੱਲ ਕਰਕੇ ਆ ਵੀ ਕਿਉਂਕਿ ਉਸ ਦਾ ਦਾਗ ਜਿਹੜਾ ਹੈਗਾ ਕਾਂਗਰਸ ਦੇ ਉੱਤੇ ਹੈ, ਤੇ ਕਾਂਗਰਸ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਉਹਨਾਂ ਨੂੰ ਤਾਂ ਇਹਨੇ ਸਿਲੇਬਸ ਦੇ ਵਿੱਚ ਰੱਖ ਲਿਆ, ਆਪਣੀਆਂ ਨੀਤੀਆਂ ਨੂੰ ਰੱਖਦੇ ਨਹੀਂ ਹੈਗੇ। ਜਦੋਂ ਗੁਜਰਾਤ ਦੇ ਦੰਗੇ ਹੋਏ ਆ ਉਹਦੇ ਕੋਈ ਜ਼ਿਕਰ ਨਹੀਂ ਹੈਗਾ, ਤੇ RSS ਦੇ ਉੱਤੇ ਜਿਹੜੀ ਪਾਬੰਦੀ ਲੱਗੀ ਮਹਾਤਮਾ ਗਾਂਧੀ ਦੇ ਕਤਲ ਤੋਂ ਬਾਅਦ ਤਾਂ ਉਹਨੂੰ ਇਹਨਾਂ ਨੇ ਵਿੱਚੋਂ ਹਿੱਸਾ ਕੱਟਤਾ। ਇਸ ਤਰ੍ਹਾਂ ਹੈ ਵੀ ਜਿਹੜੀ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹਦੇ ਵਿੱਚ ਜਿਵੇਂ ਇਹ ਛਾਲਾ ਮਾਰ ਮਾਰ ਕੇ ਸਿੱਖ ਲੀਡਰ ਜਾ ਰਹੇ ਨੇ, ਐਡੀ ਇਹ ਕੋਈ ਨਹੀਂ ਹੈਗੀ। ਇਹ ਤਾਂ ਸਿਰਫ ਤੇ ਸਿਰਫ ਜੇਕਰ ਪੰਜਾਬ ਦੇ ਵਿੱਚ ਆਪਣੇ ਪੈਰ ਲਾਉਣੇ ਆ, ਇਹਨਾਂ ਨੂੰ ਪਤਾ ਹੈ ਕਿ ਸਿੱਖਾਂ ਤੋਂ ਬਗੈਰ ਸਾਡਾ ਕੁਝ ਨਹੀਂ ਹੈਗਾ, ਤੇ ਇਸ ਗੱਲ ਕਰੇ ਜਿਹਾ ਕਰ ਰਹੀ ਹੈ। ਇਹ ਗੱਲ ਤੁਸੀਂ ਦਰਸ਼ਕ ਜੀ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਜਿਹੜੀਆਂ ਕਹੀਆਂ ਕਿ ਕੋਈ ਇਸ ਸਮੇਂ ਕਹਿੰਦੇ ਕੋਈ ਸਾਡਾ ਸਗਾ ਨਹੀਂ ਹੈ। ਦੇਖੋ ਸਾਰੀਆਂ ਹੀ ਜਿਹੜੀਆਂ ਪਾਰਟੀਆਂ ਉਹ ਇਸ ਸਮੇਂ ਘੱਟ ਗਿਣਤੀਆਂ ਨੂੰ ਆਪਣੇ ਅੰਦਰ ਜਜ਼ਬ ਕਰਨ ਦੀ ਨੀਤੀ ਤੇ ਚੱਲ ਰਹੀਆਂ, ਇਹ 'ਚ ਕੋਈ ਸ਼ੱਕ ਨਹੀਂ। ਖਾਸ ਤੌਰ ਤੇ ਜਿਸ ਪਾਰਟੀ ਦੀ ਆਪਾਂ ਜ਼ਿਕਰ ਕਰ ਰਹੇ ਹਾਂ, ਕਿਉਂਕਿ ਇਸ ਸਮੇਂ ਕਿਸੇ ਸਮੇਂ ਜਿਹੜੇ ਮਿਸਟਰ ਮੋਹਨ ਭਾਗਵਤ ਸੀਗੇ ਉਹਨਾਂ ਨੇ ਕਹਿਤਾ ਸੀਗਾ ਸਾਰੇ ਹਿੰਦੂ ਆ, ਤੇ ਸਾਡਾ ਸੰਵਿਧਾਨ ਦੀ ਧਾਰਾ 25B ਜਿਹੜੀ ਆਰਟੀਕਲ 25B ਦੇ ਵਿੱਚ ਇਹ ਸਪਸ਼ਟ ਲਿਖਿਆ ਹੋਇਆ ਹੈ ਸਾਨੂੰ ਕੋਈ ਵੱਖਰੀ ਕੌਮ ਨਹੀਂ ਮੰਨਿਆ ਗਿਆ, ਸਾਨੂੰ ਹਿੰਦੂਆਂ ਦਾ ਇੱਕ ਹਿੱਸਾ ਦੱਸਿਆ ਗਿਆ ਹੈ ਉਹਦੇ 'ਚ, ਇਹ ਬਿਲਕੁਲ ਸੰਵਿਧਾਨ ਦੇ ਵਿੱਚ ਸਪਸ਼ਟ ਆ। ਤੇ ਅੱਜ ਤੱਕ ਅਸੀਂ 25B ਦੀ ਧਾਰਾ ਜਿਹਦੇ ਸਮੇਂ ਕਿਸੇ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਸੰਵਿਧਾਨ ਦੀਆਂ ਕਾਪੀਆਂ ਵੀ ਪਾੜੀਆਂ ਸੀਗੀਆਂ, ਬਹੁਤ ਵੱਡਾ ਅੰਦੋਲਨ ਵੀ ਹੋਇਆ ਸੀਗਾ, ਪਰ ਅੱਜ ਤੱਕ ਉਹਦੇ 'ਚ ਕੋਈ ਸੋਧ ਨਹੀਂ ਹੋਈ। ਹਾਲਾਂਕਿ ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਸਾਂਝ ਵੀ ਰਹੀ ਹੈ, ਅਟਲ ਬਿਹਾਰੀ ਵਾਜਪਾਈ ਦੇ ਵਾਰ ਨਾਲ ਵੀ ਸਾਂਝ ਰਹੀ ਆ, ਹੋਰ ਕਈ ਸਰਕਾਰਾਂ ਰਹੀ ਆ, ਮੋਦੀ ਸਾਹਿਬ ਨਾਲ ਵੀ ਸਾਂਝ ਰਹੀ ਆ, ਪਰ ਕੁਝ ਨਹੀਂ ਕਰ ਸਕੇ। ਇੱਥੇ ਤੱਕ ਕਿ ਹੁਣ ਤੁਸੀਂ ਦਿੱਲੀ ਕਤਲੇਆਮ ਦੀ ਗੱਲ ਕੀਤੀ ਸੀ ਕਿ ਮੈਂ ਬਿਲਕੁਲ ਸਪਸ਼ਟ ਦੱਸਣਾ ਚਾਹੁੰਦਾ ਹਾਂ, ਅਟਲ ਬਿਹਾਰੀ ਵਾਜਪਾਈ ਦੇ ਇੱਕ ਆਫਿਸ ਸੈਕਟਰੀ ਸੀਗੇ ਮਿਸਟਰ ਰਾਮ ਕੁਮਾਰ, ਇਹ ਜਿਹੜੀ ਮੈਂ ਗੱਲ ਕਹਿ ਰਿਹਾ ਇਹ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਹੀ ਵੀ ਆ, ਉਹ ਬੇਸ਼ੱਕ ਹੁਣ ਮੁੱਕਰ ਜਾਣ ਜੋ ਮਰਜ਼ੀ ਕਰਨ, ਪਰ ਜੇ ਤੁਸੀਂ ਉਹਨਾਂ ਦੇ ਸਮੇਂ ਦਾ ਪ੍ਰੈਸ ਕੱਢ ਲਓਗੇ, ਹੋ ਸਕਦਾ ਕਿਸੇ ਕਿਤਾਬ ਦੇ ਵਿੱਚ ਵੀ ਜ਼ਿਕਰ ਹੈ ਉਹਨਾਂ ਦਾ ਕੀਤਾ ਵਾ, ਉਹਨਾਂ ਨੇ ਕਿਹਾ ਸੀਗਾ ਜਦੋਂ ਕਾਂਗਰਸ ਸੀਗੇ ਵੀ ਸ੍ਰੀ ਜਿਹੜਾ ਰਾਮ ਕੁਮਾਰ ਸੀਗਾ ਆਫਿਸ ਸੈਕਟਰੀ ਤੇ 37 RSS ਬੰਦਿਆਂ ਤੇ FIR ਦਰਜ ਸੀਗੀ, ਪਰ ਜਦੋਂ ਜਿਉਂ ਹੀ ਅਟਲ ਬਿਹਾਰੀ ਵਾਜਪਾਈ ਸੱਤਾ ਦੇ ਵਿੱਚ ਵਾਪਸ ਆਨੇ ਆ ਤਾਂ ਉਹਨਾਂ ਨੇ ਉਹ ਸਾਰੀਆਂ FIR ਵਾਪਸ ਲੈ ਲਈਆਂ, ਉਹਨਾਂ ਨੂੰ ਰਿਕੁਐਸਟ ਕਰਤੀਆਂ, ਪਰ ਇਨਸਾਫ ਕਿੱਥੇ ਹੋਇਆ? ਇਨਸਾਫ ਦੇ ਜਦੋਂ ਦਿੱਲੀ ਦੇ ਵਿੱਚ ਤੁਸੀਂ ਜੇ ਪਤਾ ਕਰੋ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਹੜੇ ਕਿਹੜੇ ਸ਼ਾਮਲ ਤੇ ਇਹਦੇ 'ਚ
ਸ਼ਾਮਲ ਸੀਗੇ, ਹਮਾਮ ਦੇ ਵਿੱਚ ਸਾਰੇ ਨੰਗੇ ਸੀਗੇ। ਤੁਸੀਂ NCERT ਦੀ ਗੱਲ ਕਰਦੇ ਹੋ, ਇਹ NCERT ਨੇ ਪਹਿਲੀ ਵਾਰ ਨਹੀਂ ਕਰੀ, ਕਿਉਂਕਿ ਇਹਨਾਂ ਦਾ ਨਿਸ਼ਾਨਾ ਵੀ ਅਸੀਂ ਨਵਾਂ ਭਾਰਤ ਸਿਰਜਣਾ, ਨਵਾਂ ਇਤਿਹਾਸ ਬਣਾਉਣਾ। ਤੁਸੀਂ ਜਿਹੜੇ ਵੱਡੇ ਵੱਡੇ ਸਟੇਸ਼ਨ ਆ, ਜਿਵੇਂ ਮੁਗਲ ਸਰਾਏ ਵਰਗੇ ਸਟੇਸ਼ਨ ਆ, ਉਹਨਾਂ ਨੂੰ ਦੀਨ ਬੰਧੂ ਦੇ ਨਾਂ ਤੇ ਬਹੁਤ ਜਿਹੜੇ ਸੁਭਾਸ਼ ਚੰਦਰ ਬੋਸ ਨੇ ਜਿਹੜੇ ਟਾਪੂ ਜਿੱਤੇ ਸੀਗੇ, ਉਹਨਾਂ ਦੇ ਨਾਂ, ਹੈਵਲੌਕ ਵਰਗਿਆਂ ਦੇ ਨਾਂ, ਜਿਹੜੇ RSS ਮੁਖੀਆਂ ਦੇ ਨਾਂ ਤੇ ਉੱਥੇ ਰੱਖੇ ਗਏ ਆ। ਤੇ ਇਹ ਪੰਜਾਬ ਦੇ ਵਿੱਚ ਵੀ ਕੁਝ ਸਮਾਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ, ਇੱਥੇ ਗੁਰੂਆਂ ਦਾ ਜਿਹੜਾ ਚੈਪਟਰ ਖਤਮ ਕਰਕੇ ਦੱਖਣ ਦੇ ਦੇਵੀ ਦੇਵਤਿਆਂ ਦੇ ਚੈਪਟਰ ਐਡ ਕਰਤੇ ਸੀਗੇ। ਤੇ ਉਸ ਸਮੇਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਸੀਗੇ, ਤੇ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਜੀਤ ਸਿੰਘ ਮਾਨ ਸੀਗੇ, ਤੇ ਹੋਰ ਵੱਡੀਆਂ ਕਿਸਾਨ ਜਥੇਬੰਦੀਆਂ ਸੀਗੀਆਂ, ਹੋਰ ਵੱਡੀਆਂ, ਉਹਨਾਂ ਨੇ ਬੜਾ ਰੌਲਾ ਪਾਇਆ। ਉਸ ਤੋਂ ਬਾਅਦ ਇੱਕ ਨਵੀਂ ਕਮੇਟੀ ਬਣੀ ਸੀਗੀ, ਜਿਹਦੀ ਅਗਵਾਈ ਦੇ ਵਿੱਚ ਜਿਹੜੇ ਡਾਕਟਰ ਕਿਰਪਾਲ ਸਿੰਘ ਸੀਗੇ, ਹਿਸਟੋਰੀਅਨ ਚੰਡੀਗੜ੍ਹ ਦੇ। ਤਾਂ ਉਸ ਤੋਂ ਬਾਅਦ ਉਹ ਚੈਪਟਰ ਜਿਹੜੇ ਹਟਾਏ ਗਏ ਸੀਗੇ ਤੇ ਪੁਰਾਣੀ ਸਿੱਖ ਹਿਸਟਰੀ ਲਾਗੂ ਕੀਤੀ ਗਈ ਸੀ। ਇਸ ਤੋਂ ਪਹਿਲਾਂ ਵੀ ਇੱਕ ਪੰਜਾਬ ਦੇ ਵਿੱਚ ਇੱਕ ਸਕੱਤਰ ਹੁੰਦੇ ਸੀਗੇ, ਅੱਜ ਵੀ ਹੈਗੇ ਆ, ਕ੍ਰਿਸ਼ਨ ਕੁਮਾਰ, ਉਹ ਮਤਲਬ ਹੁਣ ਐਜੂਕੇਸ਼ਨ ਨਾਲ ਸੰਬੰਧਿਤ ਨਹੀਂ ਪਰ ਕਿਸੇ ਹੋਰ ਮਹਿਕਮੇ ਦਾ। ਉਹਨਾਂ ਦੇ ਸਮੇਂ ਵੀ ਇੱਕ ਕਿਤਾਬ ਦੇ ਵਿੱਚ ਜਿਹੜੀ ਕਿ ਸਿੱਖ ਮੁੱਦਿਆਂ ਤੇ ਬੜਾ ਅਟੈਕ ਕੀਤਾ ਗਿਆ ਸੀਗਾ, ਸਿੱਖਾਂ ਨੂੰ ਬਹੁਤ ਹੋਰ ਤਰ੍ਹਾਂ ਪੇਸ਼ ਕੀਤਾ ਗਿਆ ਸੀ, ਉਹਦੇ ਬਾਰੇ ਵੀ ਬੜਾ ਰੌਲਾ ਪਿਆ ਸੀਗਾ। ਇੱਥੋਂ ਤੱਕ ਕਿ ਮਹਾਰਾਸ਼ਟਰ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦੀ ਕਿਤਾਬ ਦੇ ਵਿੱਚ ਪਿਕਚਰ ਹੋਰ ਖੜੀ ਕੀਤੀ ਗਈ ਆ। ਇਹਨਾਂ ਦਾ ਦੇਖੋ ਨਿਸ਼ਾਨਾ ਸਿਰਫ ਇਹ ਆ ਵੀ ਜਿਹੜਾ ਅਸੀਂ ਇਤਿਹਾਸ ਲਿਖਣਾ ਉਹ ਸਾਡੇ ਅਕੋਰਡਿੰਗਲੀ ਹੋਵੇ, ਜੋ ਅਸਲੀ ਇਤਿਹਾਸ ਆ ਉਹ ਤੋਂ ਸਾਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਜਿਹੜੀ ਕਿ ਇਹਨਾਂ ਦੀ ਬਹੁਤ ਵੱਡੀ, ਇਹ ਮੇਰੇ ਹਿਸਾਬ ਦੇ ਵਿੱਚ ਇੱਕ ਮੂਰਖਮਤੀ ਆ, ਕਿਉਂਕਿ ਇਤਿਹਾਸ ਦੁਨੀਆ ਦੇ ਵਿੱਚ ਆਪਣੀ ਜਗ੍ਹਾ ਬਣਾ ਚੁੱਕਿਆ। ਖਾਲੀ ਭਾਰਤ ਦੇ ਵਿੱਚ ਇਤਿਹਾਸ ਖਤਮ ਕਰਨ ਨਾਲ ਇਤਿਹਾਸ ਖਤਮ ਨਹੀਂ ਹੋਣ ਲੱਗਾ, ਇਹ ਦੁਨੀਆ ਦੇ ਵਿੱਚ ਯੂਟਿਊਬਾਂ ਤੇ ਵੱਖੋ ਵੱਖਰੇ ਜਿਹੜੇ ਐਨਸਾਈਕਲੋਪੀਡੀਆ ਦੇ ਵਿੱਚ ਆ ਚੁੱਕਿਆ। ਇਹ ਆਪਣਾ ਆਪਣੀ ਆਪਾਂ ਜਿਹੜੀ ਉਹ ਵੱਧ ਹਵਾਸੀ ਆ ਉਹ ਦਿਖਾ ਰਹੇ ਆ, ਤੇ ਮੇਰਾ ਖਿਆਲ ਨਹੀਂ ਚਾਹੀਦਾ। ਸਿੱਖਾਂ ਨਾਲ ਧੱਕਾ ਹੋ ਰਿਹਾ ਤੇ ਅਸੀਂ ਉੱਧਰ ਜਾ ਰਹੇ ਹਾਂ। ਤੇ ਗੱਲ ਤਾਂ ਇਹ ਆ ਵੀ ਤੁਸੀਂ ਆਪਣੇ ਅੰਦਰ ਦੀ ਲੜਾਈ ਨੂੰ ਮਜ਼ਬੂਤ ਕਰਨੀ ਚਾਹੀਦੀ ਸੀਗੀ। ਜਿੰਨੇ ਵੀ ਅਕਾਲੀ ਦਲ ਵਾਲੇ ਜਿਹੜੇ ਹੁਣ ਵੀ ਛਾਲਾ ਮਾਰਨ ਨੂੰ ਫਿਰਦੇ ਆ, ਉਹਨਾਂ ਨੂੰ ਚਾਹੀਦਾ ਵੀ ਅਕਾਲੀ ਦਲ ਨੂੰ ਸਿਧਾਂਤਕ ਪਾਰਟੀ ਦੇ ਤੌਰ ਤੇ ਲੈ ਕੇ ਆਉਣ। ਅਕਾਲੀ ਦਲ ਨੂੰ ਇੱਕ ਸਿਧਾਂਤਕ ਪਾਰਟੀ ਵਾਕਈ ਅਕਾਲ ਤਖਤ ਨੂੰ ਸਮਰਪਿਤ ਕਰਨ ਵਾਲਾ। ਠੀਕ ਹੈ, ਤੁਸੀਂ ਇਹ ਗੱਲ ਤਾਂ ਕਹੀ ਹੈ ਕਿ ਵੀ ਸਿਧਾਂਤਕ ਪਾਰਟੀ ਦੇ ਤੌਰ ਤੇ ਇਹਨੂੰ ਉਭਾਰਨ, ਪਰ ਸਿਧਾਂਤਕ ਪਾਰਟੀ ਦੇ ਤੌਰ ਤੇ ਕੌਣ ਉਭਾਰੂਗਾ ਇਸ ਨੂੰ? ਦੇਖੋ, ਮੈਂ ਇਸ ਗੱਲ ਦਾ ਜਵਾਬ ਮੈਂ ਤੁਹਾਨੂੰ ਇਤਿਹਾਸ 'ਚ ਲੈ ਕੇ ਜਾਣਾ। ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਵੀ ਜਿਹੜੀ ਆ ਕਿਸੇ ਸਮੇਂ ਉਹਨਾਂ ਨੇ ਇਲੈਕਸ਼ਨ ਨਹੀਂ ਕਰੀ ਸੀਗੀ, ਉਹਨਾਂ ਨੇ ਸਿਲੈਕਸ਼ਨ ਕਰੀ ਸੀਗੀ। 5 ਪ੍ਰਧਾਨੀ ਦੀ ਪ੍ਰਥਾ ਸੀਗੀ ਤੇ ਗੁਰੂ ਸਾਹਿਬ ਨੇ 5 ਪਿਆਰਿਆਂ ਦੀ ਖੋਜ ਕੀਤੀ। ਗੁਰੂ ਸਾਹਿਬ ਨੇ ਜਿੰਨੇ ਜਰਨੈਲ ਥਾਪੇ, ਜਿੰਨੇ ਸਿੱਖ ਅੱਗੇ ਮੂਹਰੇ ਲਿਆਂਦੇ, ਜਿੰਨੇ ਬੁੱਧੀਜੀਵੀ ਲਿਆਂਦੇ, ਉਹਨਾਂ ਦੀ ਮਿਸਾਲ ਦੁਨੀਆ ਦਿੰਦੀ ਆ। ਤੇ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਹੁੰਦਾ ਰਿਹਾ। ਪਰ ਗੱਲ ਇਹ ਆ ਵੀ ਜਦੋਂ ਹੁਣ ਅਸੀਂ ਜਿਹੜੇ ਮੋਢੀ ਹੀ, ਸਾਡੇ ਮੋਢੀਆਂ ਤੇ ਹੀ ਜਦੋਂ ਸਾਡੇ ਬਹੁਤ ਵੱਡੇ ਵੱਡੇ ਦੋਸ਼ ਲੱਗ ਗਏ, ਤਾਂ ਉਹ ਸਿਰਫ ਇਸ ਕਰਕੇ ਵੀ ਆਪਣੇ ਆਪ ਨੂੰ ਈਡੀਆਂ ਦੇ ਚੱਕਰਾਂ ਤੋਂ ਬਚਾਉਣ ਲਈ, ਕਰਪਸ਼ਨ ਦੇ ਚੱਕਰਾਂ ਤੋਂ ਬਚਾਉਣ ਲਈ ਆਪਾਂ ਆਪਣਾ ਸਿਰ ਅਗਲਿਆਂ ਦੇ ਪੈਰਾਂ ਹੇਠ ਰੱਖੀ ਜਾ ਰਹੇ ਆ, ਤਾਂ ਕੀ ਆਸ ਰੱਖੂਗਾ? ਇਹ ਇੱਕ ਵੱਡਾ ਕਾਰਨ ਆ। ਤੁਸੀਂ ਰਣਜੀਤ ਸਿੰਘ ਬ੍ਰਹਮਪੁਰਾ ਦੀ ਗੱਲ ਕਰੀ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਇਹ ਸੁਖਦੇਵ ਸਿੰਘ ਢੀਂਡਸਾ ਹੋਣੀ, ਇਹਨਾਂ ਨੇ ਆਪਣੀ ਪਾਰਟੀ ਦੇ ਸਮੇਂ ਵਿਦਰੋਹ ਨਹੀਂ ਕੀਤਾ, ਪਰ ਜਦੋਂ ਦੇਖਿਆ ਵੀ ਪਾਰਟੀ ਕਮਜ਼ੋਰ ਹੋ ਰਹੀ ਆ, ਉਸ ਸਮੇਂ ਛਾਲਾ ਮਾਰ ਕੇ ਇੱਧਰ ਉੱਧਰ ਹੋਏ। ਤੋ ਇਸ ਤਰ੍ਹਾਂ ਦੇ ਬਹੁਤ ਸਾਰੇ ਲੀਡਰ ਤੁਹਾਨੂੰ ਮਿਲ ਜਾਣਗੇ। ਗੱਲ ਇਹ ਹੈ, ਇਹਨਾਂ ਨੂੰ ਆਪਣੀ ਪਾਰਟੀ ਨੂੰ ਸਿਧਾਂਤਕ ਤੌਰ ਤੇ ਇੱਕ ਲਾਈਨ ਤੇ ਲਿਆਉਣਾ ਪਊਗਾ। ਉਹਦੇ ਲਈ ਚਾਹੇ ਵੱਡਾ ਲੀਡਰ ਆ ਜਾਂ ਛੋਟਾ ਲੀਡਰ, ਉਹਨੂੰ ਪਰਾਂ ਛੱਡ ਦੇਣ, ਉਹਨੂੰ ਜੁਰਤ ਦਿਖਾਣ। ਜੁਰਤ ਰੱਖਣੀ ਪਊਗੀ, ਪਰ ਜੁਰਤ ਉਹ ਰੱਖੂਗਾ ਜਿਹੜਾ ਸਿੱਖ ਸਿਧਾਂਤਾਂ ਪ੍ਰਤੀ ਸਮਰਪਿਤ ਹੋਊਗਾ, ਜਿਹੜਾ ਆਪਣੇ ਪਰਿਵਾਰਵਾਦ ਤੋਂ ਮੁਕਤ ਹੋਇਆ ਹੋਊਗਾ, ਉਹੀ ਕਰ ਸਕਦਾ ਅੱਗੇ। ਹਾਂਜੀ, ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਅੱਜ ਅਕਾਲੀ ਦਲ ਨੂੰ ਕੁਰਬਾਨੀ ਦੀ ਲੋੜ ਹੈ। ਕੁਰਬਾਨੀ ਕਿਸ ਤਰ੍ਹਾਂ ਦੀ? ਚਾਹੇ ਤੁਸੀਂ ਆਪਣਾ ਮਤਲਬ ਇਹ ਆ ਵੀ ਹੁਣ ਇਸ ਸਮੇਂ ਜਿਹੜੀ ਪਾਰਟੀ ਹੈ, ਇਸ ਸਮੇਂ ਕੰਪਨੀ ਦੇ ਤੌਰ ਤੇ ਚੱਲ ਰਹੀ ਹੈ, ਵੀ ਕਿਹੜਾ ਇਸ ਦਾ ਮਾਲਕ ਹੈ ਤੇ ਉਹ ਉਸ ਨੂੰ ਚਲਾਈ ਜਾ ਰਿਹਾ, ਤੇ ਉਹੀ ਨਿਯੁਕਤੀਆਂ ਕਰਦਾ, ਉਹੀ ਟਿਕਟਾਂ ਵੰਡਦਾ, ਉਹੀ ਆਪਣੇ ਪਰਿਵਾਰ ਨੂੰ ਦੇ ਦਿੰਦਾ। ਦੂਜਾ ਪਰਿਵਾਰ ਜੇ ਉਸ ਦੇ ਵਿੱਚ ਹਿੱਸੇਦਾਰੀ ਭਾਲਦਾ ਹੈ ਤਾਂ ਉਹਨਾਂ ਨੂੰ ਕਹਿ ਦਿੰਦੇ ਆ ਵੀ ਭਾਈ ਉਹਨਾਂ ਨੂੰ ਟਿਕਟ ਤੱਕ ਨਹੀਂ ਦਿੱਤੀ ਜਾਂਦੀ ਹੈਗੀ। ਪਰ ਫਿਰ ਵੀ ਅਸੀਂ ਪਿਛਲੇ ਦਿਨ ਵੀ ਕਈ ਵਾਰ ਗੱਲਬਾਤ ਕੀਤੀ ਹੈ। ਹੁਣ ਬਰਾੜ ਸਾਹਿਬ ਵੀ ਇਹੀ ਕਹਿ ਰਹੇ ਆ ਕਿ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ, ਇਹ ਖੇਤਰੀ ਪਾਰਟੀਆਂ ਬਹੁਤ ਜ਼ਿਆਦਾ ਘਾਤਕ ਸਿੱਧ ਹੋ ਸਕਦੀਆਂ ਨੇ। ਹੁਣ ਜਿਵੇਂ ਇੱਕ ਆਪਾਂ ਬੇਸ਼ੱਕ ਸਮਾਪਤੀ ਦਾ ਸਮਾਂ ਚੱਲ ਰਿਹਾ, ਪਰ ਇਹਦੇ ਵਿੱਚ ਇਹ ਉਦਾਹਰਨ ਵੀ ਦੇਣੀ ਬਣਦੀ ਹੈ ਕਿ ਜਿਵੇਂ ਹੁਣ ਖੇਤਰੀ ਪਾਰਟੀ ਹੈ, ਭਾਈ ਅਮਰਤਪਾਲ ਦਾ ਜਿਹੜਾ ਐਪੀਸੋਡ ਹੋਇਆ, ਉਸ ਐਪੀਸੋਡ ਦੇ ਵਿੱਚ ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਭਾਜਪਾ ਹੈ, ਇਹ ਤਿੰਨੇ ਪਾਰਟੀਆਂ ਇੱਕੋ ਹੀ ਪੇਜ ਦੇ ਉੱਤੇ ਆ ਗਈਆਂ, ਇਕੱਠੀਆਂ ਹੋ ਗਈਆਂ।
ਤੇ ਗੱਲ ਕੀ ਹੈ ਵੀ ਸਿੱਖਾਂ ਨੂੰ ਵੱਖਵਾਦੀ ਦਿਖਾਉਣ ਦੀ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਇਸ ਗੱਲ ਕਰਕੇ ਅਕਾਲੀ ਦਲ ਜੇਕਰ ਅੱਜ ਕਮਜ਼ੋਰ ਹੈ ਤਾਂ ਇਹਦੇ ਨਾਲ ਸਾਡੇ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ। ਇਸ ਗੱਲ ਕਰਕੇ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਸ ਨੂੰ ਕੁਰਬਾਨੀ ਦੇਣ ਦੀ ਲੋੜ ਹੈ, ਇਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਬੁੱਧੀਜੀਵੀਆਂ ਨੂੰ ਇਕੱਠੇ ਕਰਨ ਦੀ ਲੋੜ ਹੈ। ਪੱਤਰਕਾਰਾਂ ਦੇ ਨਾਲ ਵੀ ਚਲੋ ਗੱਲਬਾਤ ਹੋਈ ਆ ਉਦੋਂ ਅਕਾਲ ਤਖਤ ਜਥੇਦਾਰ ਉਹਨਾਂ ਦੀ, ਤੇ ਪੰਜਾਬ ਦੇ ਜਿਹੜੇ ਸਿੱਖ ਮੁੱਦੇ ਨੇ ਉਹਨਾਂ ਨੂੰ ਵਿਸਾਰਨ ਦੀ ਲੋੜ, ਜੇ ਵਿਸਾਰਨਾ ਨਹੀਂ ਹੈਗਾ ਤੇ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਤਾਂ ਹੀ ਅਕਾਲੀ ਦਲ ਬਚੂਗਾ। ਨਹੀਂ ਤਾਂ ਜਿਹੜੇ ਢੰਗ ਦੇ ਨਾਲ ਹੁਣ ਅਕਾਲੀ ਲੀਡਰ ਛੱਡ ਕੇ ਜਾ ਰਹੇ ਨੇ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਵੇਗਾ। ਜਿਹੜੀ ਇਹ ਖੇਤਰੀ ਪਾਰਟੀ ਹੈ ਜਿਹਦਾ ਬਹੁਤ ਵੱਡਾ ਸ਼ਾਨਦਾਰ ਇਤਿਹਾਸ ਹੈ, ਇਹ ਬਿਲਕੁਲ ਖਤਮ ਹੋ ਜੂਗੀ। ਬਰਾੜ ਸਾਹਿਬ, ਆਪਾਂ ਫਿਰ ਤੁਹਾਡੇ ਨਾਲ ਕੋਈ ਹੋਰ ਵਿਸ਼ੇਸ਼ ਮੁੱਦੇ ਦੇ ਉੱਤੇ ਆਵਾਂਗੇ, ਪਰ ਇਹ ਹੈ ਕਿ ਇਸ ਸਮੇਂ ਬਹੁਤ ਜ਼ਿਆਦਾ ਲੋੜ ਹੈ, ਜਿਵੇਂ ਆਪਾਂ ਗੱਲਬਾਤ ਕੀਤੀ ਹੈ ਵੀ ਅਕਾਲੀ ਦਲ ਮਜ਼ਬੂਤ ਹੋਵੇ। ਜਿਹੜੇ ਲੀਡਰ ਉੱਥੇ ਛਾਲਾ ਮਾਰ ਕੇ ਜਾ ਰਿਹਾ ਉਹਨਾਂ ਦਾ ਵੀ ਜ਼ਿਆਦਾ ਵਧੀਆ ਭਵਿੱਖ ਨਹੀਂ ਹੈਗਾ। ਖੈਰ, ਬਾਕੀ ਇਹ ਦੇਖਦੇ ਆ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਹੈ, ਕਿਸ ਤਰੀਕੇ ਨਾਲ ਜਲੰਧਰ ਦੀ ਚੋਣ ਦੇ ਵਿੱਚ ਆਪਸੀ ਵਿੱਚ ਮੁਕਾਬਲੇ ਜੇ ਹੁੰਦੀ ਹੈ। ਇਹ ਇੱਕ ਸਿਆਸਤ ਟਾਈਮ ਦੱਸੂਗਾ। ਕੱਲ ਨੂੰ ਕਿਸੇ ਹੋਰ ਨਵੇਂ ਮੁੱਦੇ ਦੇ ਨਾਲ ਫੇਰ ਆਵਾਂਗੇ। ਉਦੋਂ ਤੱਕ ਲਈ ਸਾਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ। ਬਰਾੜ ਸਾਹਿਬ, ਤੁਹਾਡੇ ਲਈ ਧੰਨਵਾਦ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।